ਕਿਛ ਕਹੀਏ ਟੀਵੀ ਦੇ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਮੁੱਦਾ ਹੈ ਪੁੱਤ ਕਰ ਗਏ ਪ੍ਰਵਾਸ, ਮਾਪਿਆਂ ਨੂੰ ਕੌਣ ਦੇਵੇ ਤਰਵਾਸ। ਉੱਦਾਂ ਤੇ ਸਾਡੇ ਪੰਜਾਬ ਦੇ ਵਿੱਚ ਅੱਜ ਅਜਿਹੇ ਮਾਪੇ ਵੀ ਹਨ ਜਿਨ੍ਹਾਂ ਦੇ ਪੁੱਤ ਇੱਥੇ ਹੀ ਰਹਿੰਦੇ ਹਨ ਤੇ ਉਹਨਾਂ ਮਾਪਿਆਂ ਨੂੰ ਵੀ ਬਿਰਧ ਆਸ਼ਰਮਾਂ ਵਿੱਚ ਰੁਲਣਾ ਪੈਂਦਾ ਹੈ ਤੇ ਕਈ ਵਾਰੀ ਫੁੱਟਪਾਥਾਂ ਤੇ ਵੀ ਰੁਲਦੇ ਦੇਖੇ ਜਾ ਸਕਦੇ ਹਨ। ਇਹ ਮੁੱਦਾ ਕਦੇ ਫੇਰ ਸਹੀ, ਪਰ ਅੱਜ ਦੀ ਜੋ ਗੱਲ ਹੈ ਉਹ ਹੈ ਵਿਦੇਸ਼ ਚਲੇ ਗਏ ਪੁੱਤਾਂ ਬਾਰੇ ਕਿ ਜਿਹੜੇ ਪੁੱਤ ਪ੍ਰਵਾਸ ਕਰ ਜਾਂਦੇ ਹਨ ਉਹਨਾਂ ਦੇ ਮਾਪਿਆਂ ਦਾ ਪਿੱਛੇ ਕੀ ਹਾਲ ਹੈ। ਅੱਜ ਹਰ ਮੁੰਡਾ ਕੁੜੀ 10+2 ਕਰਦਾ ਹੈ ਤੇ ਆਇਲਟਸ ਦੀ ਤਿਆਰੀ ਕਰਕੇ ਬਾਹਰ ਭੱਜਣ ਦੀ ਕਰਦਾ ਹੈ। ਏਦਾਂ ਲੱਗਦਾ ਹੈ ਜਿਵੇਂ ਬਾਹਰ ਦਰਖਤਾਂ ਨੂੰ ਡਾਲਰ ਲੱਗਦੇ ਹੋਣ ਤੇ ਜਾ ਕੇ ਤੋੜ ਹੀ ਲੈਣੇ ਆ। ਪੂਰੀ ਭੱਜ ਨੱਠ ਲੱਗੀ ਹੋਈ ਹੈ। ਇਸ ਬਾਹਰ ਜਾਣ ਦੇ ਮਾਮਲੇ ਨੂੰ ਗੌਰ ਨਾਲ ਵਿਚਾਰੀਏ ਤੇ ਇਹਦੇ ਵਿੱਚ ਜਿੱਥੇ ਸਾਡੀ ਸਰਕਾਰ ਦਾ ਸਿਸਟਮ ਗਲਤ ਹੈ ਉੱਥੇ ਸਰਕਾਰਾਂ ਦੀ ਆਪਣੀ ਵੀ ਨੀਅਤ ਹੈ ਕਿ ਪੰਜਾਬੀ ਇੱਥੇ ਰਹਿਣ ਹੀ ਨਾ। ਤਾਂ ਹੀ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਆਇਲਟਸ ਦੀ ਤਿਆਰੀ ਕਰਵਾਉਣ ਦੇ ਉਪਰਾਲੇ ਆਰੰਭੇ ਗਏ ਆ। ਤਾਂ ਪ੍ਰਾਈਵੇਟ ਸੰਸਥਾਵਾਂ ਵੀ ਪੂਰਾ ਇਹਦੇ ਵਿੱਚ ਹੱਥ ਰੰਗ ਰਹੀਆਂ। ਉਹ ਵੀ ਛੇਤੀ ਤੋਂ ਛੇਤੀ ਸਾਰੇ ਪੰਜਾਬ ਨੂੰ ਖਾਲੀ ਕਰਨਾ ਚਾਹੁੰਦੀਆਂ। ਏਦਾਂ ਲੱਗਦਾ ਹੈ ਜਿਵੇਂ ਕਿਸੇ ਚਾਲ ਤਹਿਤ ਇਹ ਸਭ ਕੁਝ ਹੋ ਰਿਹਾ ਹੋਵੇ ਕਿ ਪੰਜਾਬ ਦੀ ਨੌਜਵਾਨੀ ਇੱਥੋਂ ਪ੍ਰਵਾਸ ਕਰ ਜਾਵੇ। ਅਸੀਂ ਦੇਖਦੇ ਹਾਂ ਕਿ ਸਾਡੀ ਇੱਕ ਪੀੜ੍ਹੀ ਖਾੜਕੂਵਾਦ ਨੇ ਖਾ ਲਈ ਤੇ ਜਿਹੜੇ ਹੁਣ ਦੇ ਲੋਕ ਨੇ, ਹੁਣ ਦੀ ਜਵਾਨੀ ਹੈ, ਉਹਦੇ ਵਿੱਚੋਂ ਜਿਹੜੀ ਕਰੀਮ ਹੈ ਉਹ ਬਾਹਰ ਤੁਰੀ ਜਾਂਦੀ ਹੈ ਤੇ ਜਿਹੜੇ ਵਿਚਾਰੇ ਆਰਥਿਕ ਪੱਖੋਂ ਕਮਜ਼ੋਰ ਹੈ ਉਹ ਇਹ ਜੁਗਾੜ ਨਹੀਂ ਕਰ ਸਕਦੇ ਜਾਂ ਪ੍ਰਬੰਧ ਨਹੀਂ ਕਰ ਸਕਦੇ ਤੇ ਉਹ ਵਿਚਾਰੇ ਇੱਥੇ ਰਹਿ ਜਾਂਦੇ ਹਨ। ਇੱਥੇ ਰਹਿ ਕੇ ਉਹਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਸ ਬੇਰੁਜ਼ਗਾਰੀ ਦੇ ਚੱਲਦਿਆਂ ਨਿਰਾਸ਼ਾ ਵਿੱਚ ਆ ਕੇ ਉਹ ਨਸ਼ਿਆਂ ਵੱਲ ਧੱਕੇ ਜਾਂਦੇ ਹਨ। ਤੇ ਕਈ ਅਜਿਹੇ ਹੋਣਹਾਰ ਵੀ ਹਨ ਜਿਹੜੇ ਪੜ੍ਹਾਈ ਪੱਖੋਂ ਵੀ ਪੂਰੇ ਹੁਸ਼ਿਆਰ ਹਨ, ਹੋਰ ਗਤੀਵਿਧੀਆਂ ਵਿੱਚ ਵੀ ਪੂਰਾ ਹਿੱਸਾ ਲੈਂਦੇ ਹਨ ਤੇ ਉਹਨਾਂ ਨੂੰ ਗੈਂਗਸਟਰ ਬਣਾ ਦਿੱਤਾ ਜਾਂਦਾ ਹੈ। ਤੇ ਅਸੀਂ ਜਾਣਦੇ ਹਾਂ ਕਿ ਨਸ਼ੇ ਕਰਨ ਵਾਲੇ ਹੋਣ ਤੇ ਚਾਹੇ ਗੈਂਗਸਟਰ ਹੋਣ, ਇਹਨਾਂ ਦਾ ਅੰਤ ਮੌਤ ਹੀ ਹੁੰਦਾ। ਉਹ ਬੁੱਢੇ ਮਾਪੇ ਕੀ ਕਰਨ? ਪਿਓ ਜਵਾਨ ਪੁੱਤ ਦੀ ਅਰਥੀ ਚੁੱਕਦਿਆਂ ਕੁੱਬਾ ਹੋ ਜਾਂਦਾ ਹੈ ਤੇ ਫੇਰ ਕਦੇ ਉੱਠ ਨਹੀਂ ਸਕਦਾ ਤੇ ਮਾਂ ਕੰਧਾਂ 'ਚ ਟੱਕਰਾਂ ਮਾਰਨ ਲਈ ਮਜਬੂਰ ਹੋ ਜਾਂਦੀ ਹੈ। ਦੂਜੇ ਪਾਸੇ ਜਿਹੜੇ ਆਇਲਟਸ ਕਰਕੇ ਬਾਹਰ ਜਾਂਦੇ ਆ ਉਹਨਾਂ ਦੀ ਗਾਥਾ ਕਹੀਏ ਤਾਂ ਕਦੇ 1960ਵਿਆਂ 70ਵਿਆਂ ਦੇ ਵਿੱਚ ਇਹ ਆਇਲਟਸ ਵਗੈਰਾ ਦੀ ਬਿਮਾਰੀ ਨਹੀਂ ਸੀ। ਉਹ ਬਾਹਰ ਜਾਂਦੇ ਸਨ ਤੇ ਬਾਹਰ ਜਾ ਕੇ ਚੰਗਾ ਘਾਲ ਕਮਾਈ ਦਾ ਯਤਨ ਕਰਦੇ ਸੀ, ਉੱਥੇ ਵੀ ਆਪਣਾ ਸਭ ਕੁਝ ਬਣਾਉਂਦੇ ਸੀ ਤੇ ਪਿੱਛੇ ਮਾਪਿਆਂ ਦਾ, ਭਰਾਵਾਂ ਦਾ ਵੀ ਬਹੁਤ ਕੁਝ ਬਣਾ ਦਿੰਦੇ ਸੀ ਤੇ ਕਈ ਆਪਣੇ ਸਕੇ ਸੋਦਰਿਆਂ ਨੂੰ ਬਾਹਰ ਸੈੱਟ ਵੀ ਕਰ ਦਿੰਦੇ ਸੀ। ਗਾਹੇ ਬਗਾਹੇ ਪੰਜਾਬ ਵਿੱਚ ਵੀ ਚੱਕਰ ਲਾਉਂਦੇ ਸੀ ਜਿਹਦੇ ਤੋਂ ਉਹਨਾਂ ਦਾ ਪੰਜਾਬ ਦੀ ਮਿੱਟੀ ਨਾਲ ਮੋਹ ਉਜਾਗਰ ਹੁੰਦਾ ਸੀ। ਹੁਣ ਉਸ ਤੋਂ ਬਾਅਦ ਦੀ ਪੀੜ੍ਹੀ ਬਾਰੇ ਦੇਖੀਏ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਇਹ ਪੀੜ੍ਹੀ ਜਦੋਂ ਬਾਹਰ ਜਾਂਦੀ ਹੈ ਤਾਂ ਪਿੱਛੇ ਮਾਪਿਆਂ ਦੀ ਸੁੱਧ ਬੁੱਧ ਹੀ ਭੁੱਲ ਜਾਂਦੀ ਹੈ। ਭੈਣਾਂ ਭਰਾਵਾਂ ਬਾਰੇ ਤਾਂ ਸੋਚਣਾ ਹੀ ਕਿਸ ਨੇ ਹੈ।
ਤਾਂ ਇਹ ਲੋਕ ਬਾਹਰ ਬੈਠੇ, ਬੇਸ਼ੱਕ ਬਹੁਤ ਮਸਰੂਫ ਲਾਈਫ ਹੈ ਉੱਥੇ, ਮਸ਼ੀਨ ਨਾਲ ਮਸ਼ੀਨ ਬਣੇ ਹੁੰਦੇ ਆ, ਪਰ ਫਿਰ ਵੀ ਕਦੇ ਕਦਾਈ ਤਾਂ ਮਾਪਿਆਂ ਦਾ ਮੋਹ ਸਤਾਉਂਦਾ ਹੀ ਹੈ ਨਾ, ਤੇ ਸਤਾਉਣਾ ਚਾਹੀਦਾ ਵੀ ਹੈ। ਪਰ ਇਹਨਾਂ ਦਾ ਤਾਂ ਜਿਵੇਂ ਖੂਨ ਹੀ ਸਫੈਦ ਹੋ ਗਿਆ। ਆਪ ਕਦੀ ਸਾਲ ਛਮਾਹੀ ਇੱਕ ਅੱਧਾ ਫੋਨ ਕਰ ਲੈਣਗੇ ਤੇ ਸੁੱਖ ਸੰਦ ਪੁੱਛ ਕੇ ਗੱਲ ਖਤਮ। ਤੇ ਜੇ ਮਾਪਿਆਂ ਦਾ ਦਿਲ ਕਰਦਾ ਹੈ ਕਿ ਅਸੀਂ ਔਲਾਦ ਦੇ ਨਾਲ ਗੱਲ ਕਰੀਏ, ਪੁੱਤ ਪੋਤੇ ਨੂੰ ਦੇਖੀਏ, ਤਾਂ ਪਹਿਲੀ ਗੱਲ ਤਾਂ ਫੋਨ ਉਠਾਏ ਹੀ ਨਹੀਂ ਜਾਂਦੇ। ਤੇ ਜੇ ਕਦੇ ਉਠਾਏ ਜਾਂਦੇ ਐ, ਚੱਕੇ ਜਾਂਦੇ ਐ, ਰਸਮੀ ਗੱਲਬਾਤ ਹੁੰਦੀ ਹੈ 2-4 ਮਿੰਟ, ਤੇ ਫੋਨ ਬੰਦ ਕਰ ਦਿੱਤਾ ਜਾਂਦਾ ਹੈ, ਕੱਟ ਕਰ ਦਿੱਤਾ ਜਾਂਦਾ ਹੈ। ਨਾ ਘਰ ਦੀ ਕਿਸੇ ਸਮੱਸਿਆ ਦੀ ਗੱਲ ਹੁੰਦੀ ਹੈ, ਨਾ ਆਲੇ ਦੁਆਲੇ ਦੀ ਕੋਈ ਜਾਣਕਾਰੀ ਲੈਣ ਦੀ ਇੱਛਾ ਜਾਗਦੀ ਹੈ, ਨਾ ਕਿਸੇ ਰਿਸ਼ਤੇ ਨਾਤੇਦਾਰ ਬਾਰੇ ਪੁੱਛਣ ਦੀ ਕੋਈ ਚਾਹਨਾ ਹੁੰਦੀ ਹੈ। ਇੱਦਾਂ ਲੱਗਦਾ ਜਿਵੇਂ ਸਭ ਨਾਲੋਂ ਬੇਲਾਗ ਹੋ ਕੇ ਇਹ ਲੋਕ ਆਪਣੀ ਹੀ ਜ਼ਿੰਦਗੀ ਵਿੱਚ ਮਗਨ ਰਹਿਣਾ ਚਾਹੁੰਦੇ ਆ। ਤੇ ਜਦੋਂ ਮਾਪੇ ਆਖਰੀ ਪੱਤਾ ਖੇਡਣਾ ਚਾਹੁੰਦੇ ਆ ਕਿ ਪੁੱਤ ਦਸੇ ਵੀਹ ਦਿਨ ਹੀ ਫੋਨ ਕਰ ਲਿਆ ਕਰੋ, ਵੀਡੀਓ ਕਾਲ ਕਰ ਲਿਆ ਕਰੋ, ਅਸੀਂ ਪਤਾ ਨਹੀਂ ਕਿੰਨਾ ਕੁ ਚਿਰਾਂ, ਤਾਂ ਜਵਾਬ ਇਹ ਹੋਣਾ ਚਾਹੀਦਾ ਹੁੰਦਾ ਹੈ ਕਿ ਕੋਈ ਨਾ ਪਾਪਾ ਜਾਂ ਮੰਮਾ, ਤੁਸੀਂ ਇਸ ਤਰ੍ਹਾਂ ਘਬਰਾਉਂਦੇ ਕਿਉਂ? ਅਸੀਂ ਤੁਹਾਨੂੰ ਵੀਡੀਓ ਕਾਲ ਵੀ ਕਰਾਂਗੇ, ਤੁਹਾਡੇ ਨਾਲ ਤੁਹਾਡੇ ਪੋਤੇ ਪੋਤੀਆਂ ਦੀ ਗੱਲ ਵੀ ਕਰਵਾਵਾਂਗੇ, ਤੁਸੀਂ ਉਹਨਾਂ ਨਾਲ ਮਿਲ ਕੇ ਖੁਸ਼ ਹੋਇਓ, ਗੱਲਾਂ ਕਰਿਓ, ਖੇਡਿਓ, ਉਹਨਾਂ ਦੀਆਂ ਸ਼ਕਲਾਂ ਦੇਖ ਕੇ ਖੁਸ਼ ਹੋਇਓ, ਉਹਨਾਂ ਦੀਆਂ ਕਾਰਸਤਾਨੀਆਂ ਦੇਖਿਓ। ਇਹ ਕਹਿਣ ਦੀ ਬਜਾਏ ਪੁੱਤ ਦਾ ਸਿੱਧਾ ਸਪਾਟ ਉੱਤਰ ਹੁੰਦਾ ਹੈ, ਇਹ ਮੈਂ ਕਿਹੜਾ ਟਾਈਮ ਤੇ ਆ ਸਕਣਾ। ਤੇ ਉਦੋਂ ਮਾਪਿਆਂ ਦਾ ਦਿਲ ਬਿਲਕੁਲ ਹੀ ਟੁੱਟ ਜਾਂਦਾ। ਲੱਗਦਾ ਹੈ ਉਹ ਜਿਗਰ ਦੇ ਟੋਟੇ ਨਾਲ ਗੱਲ ਨਹੀਂ ਕਰ ਰਹੇ, ਸਗੋਂ ਕਿਸੇ ਅਜਨਬੀ ਨਾਲ ਗੱਲ ਕਰ ਰਹੇ। ਤੇ ਉਦੋਂ ਉਹਨਾਂ ਨੂੰ ਇਹ ਅਹਿਸਾਸ ਜਿਹੜਾ ਹੈ ਹੋਰ ਚੰਗੀ ਤਰ੍ਹਾਂ ਹੋ ਜਾਂਦਾ ਹੈ ਕਿ ਹੁਣ ਪੁੱਤ ਨਾਲੋਂ ਭਾਵਨਾਤਮਕ ਰਿਸ਼ਤਾ ਵੀ ਟੁੱਟ ਗਿਆ। ਪੋਤੇ ਪੋਤੀਆਂ ਨੂੰ ਦਿਖਾਉਣਾ, ਉਹਨਾਂ ਦੀ ਸ਼ਕਲ ਤੱਕ ਨੂੰ ਦਿਖਾਉਣਾ ਉਹਨਾਂ ਨੂੰ ਗਵਾਰਾ ਨਹੀਂ ਹੈ ਕਿ ਦਾਦਾ ਦਾਦੀ ਪਤਾ ਨਹੀਂ ਸ਼ਕਲ ਦੇਖ ਕੇ ਕੀ ਕਰ ਲੈਣਗੇ। ਗੱਲਾਂ ਕਰਨਾ ਤਾਂ ਇੱਕ ਪਾਸੇ ਰਿਹਾ, ਤੇ ਕਈ ਕਹਿੰਦੇ ਆ ਕਿ ਧੀਆਂ ਤਾਂ ਮਾਪਿਆਂ ਦਾ ਦੁੱਖ ਵੰਡਾਉਂਦੀਆਂ ਨੇ, ਪਰ ਭਲਿਓ ਅੱਜ ਕੱਲ੍ਹ ਇਹ ਭਰਮ ਵੀ ਟੁੱਟ ਗਿਆ। ਧੀ ਚਾਹੇ ਦੇਸ਼ 'ਚ ਵਸਦੀ ਹੋਵੇ ਤੇ ਚਾਹੇ ਵਿਦੇਸ਼ ਦੇ ਵਿੱਚ, ਸਾਰੀਆਂ ਤਾਂ ਨਹੀਂ, ਪਰ 95% ਧੀਆਂ ਆ ਜਾਈਆਂ ਨੇ ਜਿਹੜੀਆਂ ਜਿੰਨੀ ਦੇਰ ਮਾਪੇ ਕੁਝ ਦੇ ਸਕਦੇ ਆ ਓਨੀ ਦੇਰ ਤਾਂ ਉਹਨਾਂ ਦੀ ਗੱਲ ਸੁਣਦੀਆਂ ਨੇ, ਪਰ ਜਦੋਂ ਮਾਪਿਆਂ ਦੀ ਆਪਣੀ ਸਾਂਭ ਸੰਭਾਲ ਦਾ ਵੇਲਾ ਆਉਂਦਾ ਹੈ ਤਾਂ ਉਸ ਵੇਲੇ ਧੀਆਂ ਵੀ ਕੰਨੀ ਕਤਰਾ ਜਾਂਦੀਆਂ ਨੇ, ਦੇਸ਼ ਬੈਠੀਆਂ ਵੀ ਤੇ ਵਿਦੇਸ਼ ਬੈਠੀਆਂ ਵੀ। ਉਸ ਵੇਲੇ ਉਹਨਾਂ ਨੂੰ ਘਰ ਲੱਗ ਜਾਂਦੇ ਆ ਕਿ ਸਾਨੂੰ ਤਾਂ ਜੀ ਵੇਲ ਹੀ ਨਹੀਂ ਮਿਲਦੀ, ਸਾਡੇ ਘਰਾਂ ਦੇ ਕੰਮ ਹੀ ਇੰਨੇ ਹੁੰਦੇ ਆ, ਸਾਨੂੰ ਰੁਝੇਵਾਂ ਹੀ ਇੰਨਾ ਹੁੰਦਾ ਹੈ, ਜਾਂ ਸਾਡੇ ਆਪਣੇ ਘਰਾਂ ਦੇ ਵਿੱਚ ਹੀ ਸੱਸ ਸਹੁਰਾ ਬੈਠੇ ਹੋਏ, ਅਸੀਂ ਉਹਨਾਂ ਨੂੰ ਦੇਖੀਏ ਕਿ ਅਸੀਂ ਇਹਨਾਂ ਨੂੰ ਦੇਖੀਏ, ਇਹ ਤਾਂ ਭਰਾ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਦੇਖੇ। ਸੋ ਇਸ ਤਰ੍ਹਾਂ ਦੇ ਜਿਹੜੇ ਬਹਾਨੇ ਨੇ ਉਹ ਬਣਾਏ ਜਾਂਦੇ ਨੇ ਤੇ ਧੀਆਂ ਵੀ ਪਾਸਾ ਵੱਟ ਜਾਂਦੀਆਂ ਨੇ। ਕੁਝ ਕੁ ਪੁੱਤ ਹੈਗੇ ਨੇ ਜਿਹੜੇ ਮਾਪਿਆਂ ਨੂੰ ਚੰਗੀ ਤਰ੍ਹਾਂ ਸੰਭਾਲਣਾ ਚਾਹੁੰਦੇ ਆ, ਪਰ ਉਹਨਾਂ ਦੀ ਕੋਈ ਮਜਬੂਰੀ ਹੁੰਦੀ, ਆਪਣੇ ਕੋਲ ਨਹੀਂ ਬੁਲਾ ਸਕਦੇ, ਤਾਂ ਉਹ ਇੱਥੇ ਉਹਨਾਂ ਨੂੰ ਨੌਕਰ ਰੱਖ ਦਿੰਦੇ। ਨੌਕਰ ਸਾਡੇ ਮਾਪਿਆਂ ਨੂੰ ਸੰਭੂਗਾ, ਪਰ ਨੌਕਰ ਰੱਖ ਕੇ ਉਹ ਗੱਲ ਨਹੀਂ ਬਣਦੀ। ਪਹਿਲੀ ਗੱਲ ਤਾਂ ਨੌਕਰ
ਸਿਰਫ ਆਪਣੀ ਤਨਖਾਹ ਤੱਕ ਸੀਮਤ ਹੁੰਦਾ ਹੈ। ਉਹਨੂੰ ਕਿਸੇ ਦੀ ਭਾਵਨਾ ਨਾਲ ਕੋਈ ਲਾਗਾ ਦੇਗਾ ਨਹੀਂ ਹੁੰਦਾ। ਉਹ ਕਿਸੇ ਦੀ ਭਾਵਨਾ ਨੂੰ ਸਮਝ ਹੀ ਨਹੀਂ ਸਕਦਾ। ਸਿਰਫ ਬੱਚੇ ਆਪਣੇ ਮਾਪਿਆਂ ਦੀ ਭਾਵਨਾ ਨੂੰ ਸਮਝ ਸਕਦੇ। ਇੱਥੇ ਆਪਣਾਤਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਤੇ ਕਈ ਥਾਵਾਂ ਤੇ ਇਹ ਵੀ ਸੁਣਿਆ ਕਿ ਇਹ ਜਿਹੜੇ ਨੌਕਰ ਹੁੰਦੇ ਨੇ, ਮੌਕਾ ਮਿਲਣ ਤੇ ਬਜ਼ੁਰਗਾਂ ਨੂੰ, ਚਾਹੇ ਇਕੱਲਾ ਪਿਓ ਹੋਵੇ, ਚਾਹੇ ਇਕੱਲੀ ਮਾਂ ਹੋਵੇ, ਤੇ ਚਾਹੇ ਬਜ਼ੁਰਗ ਜੋੜਾ ਦੋਨੋਂ ਹੀ ਹੋਣ, ਉਹਨਾਂ ਨੂੰ ਮਾਰ ਕੇ ਤੇ ਘਰ ਨੂੰ ਲੁੱਟ-ਪੁੱਟ ਕੇ ਲੈ ਜਾਂਦੇ ਆ। ਅਜਿਹੇ ਵਿੱਚ ਨੌਕਰਾਂ ਦਾ ਰੱਖਣਾ ਵੀ ਸਹੀ ਨਹੀਂ ਜਾਪਦਾ। ਤੇ ਅਗਲੀ ਗੱਲ ਆਉਂਦੀ ਹੈ ਕਿ ਫਿਰ ਇਹ ਬਜ਼ੁਰਗ ਬਿਰਧ ਆਸ਼ਰਮਾਂ ਵਿੱਚ ਛੱਡ ਦਿੱਤੇ ਜਾਣ, ਤੇ ਛੱਡੇ ਵੀ ਜਾਂਦੇ ਆ ਬਹੁਤੇ। ਉੱਥੇ ਵੀ ਪੈਸਾ ਦੇ ਕੇ ਗੱਜ ਪੜਵਾਉਣ ਵਾਲੀ ਗੱਲ ਹੁੰਦੀ ਹੈ। ਤੇ ਸੇਮ ਉਹੀ ਚੀਜ਼ ਇੱਥੇ ਵਾਪਰਦੀ ਹੈ ਕਿ ਜੋ ਸੁੱਖ ਔਲਾਦ ਨੇ ਦੇਣਾ ਹੁੰਦਾ ਹੈ, ਜੋ ਪਿਆਰ, ਜੋ ਨਿੱਘ ਆਪਣੀ ਔਲਾਦ ਵੱਲੋਂ ਮਿਲਦਾ ਹੈ, ਉਹ ਇਹਨਾਂ ਬਿਰਧ ਆਸ਼ਰਮਾਂ 'ਚ ਨਹੀਂ ਮਿਲਦਾ। ਪੈਸੇ ਭਰੇ ਹੁੰਦੇ ਆ, ਇਸ ਕਰਕੇ ਉਹਨਾਂ ਨੂੰ ਰੋਟੀ ਪਾਣੀ ਸਭ ਕੁਛ ਦਿੱਤਾ ਜਾਂਦਾ ਹੈ, ਪਰ ਤੁਸੀਂ ਖਾਣਾ ਖਾਓ, ਨਹੀਂ ਖਾਣਾ ਨਾ ਖਾਓ। ਕਿਸੇ ਨੇ ਤੁਹਾਨੂੰ ਆਪਣਾ ਹੱਥ ਦੇ ਨਾਲ ਕਹਿਣਾ ਨਹੀਂ ਕਿ ਖਾ ਲਓ ਜੀ। ਕਿਸੇ ਵੀ ਤਰੀਕੇ ਨਾਲ ਤੁਹਾਨੂੰ ਕੰਪੈਲ ਨਹੀਂ ਕਰੇਗਾ ਕੋਈ। ਸੋ ਉੱਥੇ ਭਾਵਨਾਤਮਕ ਸਾਂਝ ਹੁੰਦੀ ਨਹੀਂ। ਤੇ ਦੂਜੀ ਗੱਲ, ਇਹ ਜਿਹੜੇ ਬਿਰਧ ਆਸ਼ਰਮ ਨੇ, ਇਹ ਅਮੀਰ ਲੋਕਾਂ ਦੇ ਚਲਾਏ ਹੁੰਦੇ ਆ, ਤੇ ਇਹਨਾਂ ਅਮੀਰਾਂ ਨੂੰ ਹੋਰ ਅਮੀਰ ਕਰਨ ਦਾ ਇੱਕ ਸਾਧਨ ਹੈ, ਕਮਰਸ਼ਲਾਈਜੇਸ਼ਨ ਹੈ। ਜਿਹੜੇ ਬਜ਼ੁਰਗ ਉੱਥੇ ਰਹਿੰਦੇ ਨੇ, ਉਹ ਪੈਸੇ ਦਿੰਦੇ ਨੇ ਤੇ ਰੋਟੀ ਖਾਂਦੇ ਨੇ। ਤੇ ਕਈ ਬਜ਼ੁਰਗ ਬਿਰਧ ਆਸ਼ਰਮ ਵਿੱਚ ਵੀ ਨਹੀਂ ਜਾਂਦੇ। ਉਹਨਾਂ ਦੇ ਕੋਲ ਪੈਸਾ ਵੀ ਹੁੰਦਾ ਹੈ, ਉਹਨਾਂ ਦੇ ਕੋਲ ਘਰ ਵੀ ਹੁੰਦਾ ਹੈ। ਉਹਨਾਂ ਨੂੰ ਸਿਰਫ ਤੇ ਸਿਰਫ ਇੱਕੋ ਚੀਜ਼ ਦੀ ਤਮੰਨਾ ਹੁੰਦੀ ਹੈ ਕਿ ਉਹਨਾਂ ਦੇ ਪੁੱਤ ਧੀਆਂ ਉਹਨਾਂ ਨੂੰ 15ਵੀਂ ਦਿਨ ਫੋਨ ਕਰਕੇ ਆਪਣੀ ਰਾਜੀ ਖੁਸ਼ੀ ਦੱਸ ਦੇਣ ਤੇ ਇਹਨਾਂ ਦੀ ਰਾਜੀ ਖੁਸ਼ੀ ਪੁੱਛ ਲੈਣ। ਪਰ ਇਹ ਕੁਝ ਹੁੰਦਾ ਨਹੀਂ। ਤਾਂ ਫਿਰ ਉਹ ਜਿਹੜੇ ਘਰ ਰਹਿੰਦੇ ਮਾਪੇ ਨੇ, ਉਹ ਜਦੋਂ ਉਹਨਾਂ ਦੀ ਜ਼ਿੰਦਗੀ ਬਹੁਤ ਆਖਰੀ ਪੜਾਅ ਤੇ ਪਹੁੰਚ ਜਾਂਦੀ ਹੈ ਤੇ ਉਹਨਾਂ ਦੇ ਅੰਗ ਪੈਰ ਚੱਲਣੋਂ ਜਵਾਬ ਦੇਣ ਲੱਗਦੇ ਹੈ, ਤਾਂ ਬਾਬਾ ਫਰੀਦ ਦੀਆਂ ਪੰਕਤੀਆਂ ਉਹਨਾਂ ਨੂੰ ਯਾਦ ਆਉਂਦੀਆਂ। ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਂ, ਅੱਜ ਫਰੀਦਾ ਕੂਜੜਾ ਸੈ ਕੋਹਾਂ ਥਿਓਂ। ਤੇ ਜਦੋਂ ਕੋਲ ਪਿਆ ਪਾਣੀ ਦਾ ਭਰਿਆ ਘੜਾ ਵੀ ਉਹਨਾਂ ਨੂੰ ਸੈ ਕੋਹਾਂ ਤੱਕ ਲੱਗਦਾ ਹੈ, 100 ਕੋ ਦੂਰ ਲੱਗਦਾ ਹੈ, ਤਾਂ ਉਸ ਦਰਦ ਨੂੰ ਕੋਈ ਉਹੀ ਸਮਝ ਸਕਦਾ ਹੈ ਜਿਸ ਨੇ ਇਹਨੂੰ ਮਹਿਸੂਸ ਕੀਤਾ ਹੋਵੇ। ਬਾਕੀ ਸਭ ਗੱਲਾਂ ਕਰ ਸਕਦੇ ਹੈ, ਬੜੇ ਤਰਕ ਦੇ ਸਕਦੇ ਹੈ, ਪਰ ਉਸ ਦਰਦ ਨੂੰ ਸਮਝ ਨਹੀਂ ਸਕਦੇ, ਜਿਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤੇ ਅੱਜ ਪੰਜਾਬ ਦੇ ਵਿੱਚ ਤਕਰੀਬਨ ਹਰ ਤੀਜਾ ਚੌਥਾ ਘਰ ਇਸ ਤਰ੍ਹਾਂ ਦਾ ਜਿੱਥੇ ਔਲਾਦ ਪ੍ਰਵਾਸੀ ਹੈ ਤੇ ਮਾਪੇ ਘਰਾਂ ਦੇ ਵਿੱਚ ਦਿਨ ਕੱਟੀ ਕਰ ਰਹੇ। ਨਾ ਉਹ ਕਿਧਰੇ ਜਾ ਸਕਦੇ ਹੈ, ਨਾ ਉਹ ਕਿਧਰੇ ਆ ਸਕਦੇ ਹੈ, ਘਰ ਦੇ ਵਿੱਚ ਬੈਠੇ ਹੈ। ਪਤਾ ਨਹੀਂ ਕਿਹੜੇ ਵੇਲੇ ਆਖਰੀ ਘੜੀ ਆ ਜਾਵੇ ਤੇ ਦੂਜਾ ਸਾਥੀ ਪਤਾ ਨਹੀਂ ਔਲਾਦ ਨੂੰ ਦੱਸ ਵੀ ਸਕੂਗਾ ਕਿ ਨਹੀਂ ਕਿ ਤੁਹਾਡਾ ਪਿਓ ਜਾਂ ਤੁਹਾਡੀ ਮਾਂ ਚੱਲ ਵਸੇ। ਕਿਉਂਕਿ ਜਦੋਂ ਉਹਨਾਂ ਨੇ ਫੋਨ ਹੀ ਨਹੀਂ ਚੁੱਕਣਾ ਤੇ ਫਿਰ ਉਹਨਾਂ ਨੂੰ ਦੱਸਿਆ ਕਿਵੇਂ ਜਾ ਸਕਦਾ। ਜਿਹੜੇ ਰਿਸ਼ਤੇ ਨਾਤੇਦਾਰ ਹੋਰ ਇੱਧਰ ਬੈਠੇ ਨੇ, ਉਹ ਆਪਣੇ ਘਰਾਂ 'ਚ ਬਿਜ਼ੀ ਨੇ, ਮਸਰੂਫ ਨੇ। ਉਹ ਵੀ ਕਦੇ ਨਹੀਂ ਪੁੱਛਦੇ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਜਾਂ ਤੁਹਾਨੂੰ
ਅਸੀਂ ਦਵਾਈ ਦੱਪਾ ਦਵਾ ਦਿੰਦੇ ਹਾਂ। ਜਿਸ ਦੇ ਸਿਰ ਤੇ ਆਈ ਹੁੰਦੀ ਹੈ ਉਸੇ ਨੇ ਝੱਲਣੀ ਹੁੰਦੀ ਹੈ। ਸੋ ਕਰਮਾਂ ਦੀ ਮਾਰ ਸਮਝ ਕੇ ਉਹ ਵਿਚਾਰੇ ਬਜ਼ੁਰਗ ਆਪਣੇ ਦਿਨ ਕੱਟੀ ਕਰੀ ਜਾਂਦੇ ਨੇ। ਉਹ ਜ਼ਿੰਦਗੀ ਜਿਉਂ ਨਹੀਂ ਰਹੇ ਹੁੰਦੇ, ਸਗੋਂ ਸਿਰਫ ਦਿਨ ਕੱਟ ਰਹੇ ਹੁੰਦੇ ਆ। ਸੋ ਅਜਿਹੇ ਵਿੱਚ ਸਾਡੇ ਸਮਾਜ ਸੁਧਾਰਕਾਂ, ਸਾਡੇ ਬੁੱਧੀਜੀਵੀਆਂ ਤੇ ਸਾਡੇ ਸਮਾਜ ਸ਼ਾਸਤਰੀਆਂ ਨੂੰ ਸਿਰ ਜੋੜ ਕੇ ਇਸ ਸਮੱਸਿਆ ਵੱਲ ਧਿਆਨ ਦੇਣ ਦੀ ਲੋੜ ਹੈ। ਇਹਦਾ ਹੱਲ ਸੋਚਣ ਦੀ ਲੋੜ ਹੈ ਕਿ ਇਸ ਗੰਭੀਰ ਸਮੱਸਿਆ ਦਾ ਹੱਲ ਨਿਕਲੇ ਤਾਂ ਕੀ ਨਿਕਲੇ। ਉਮੀਦ ਹੈ ਤੁਸੀਂ ਸਾਰੇ ਵੀ ਇਸ ਬਾਰੇ ਸੋਚੋਗੇ ਤੇ ਆਪਣੇ ਜਵਾਬ ਕਮੈਂਟਸ ਵਿੱਚ ਦਿਓਗੇ।